ਸਤਿ ਸ੍ਰੀ ਅਕਾਲ, ਮੈਂ ਸੋਮ ਸਹੋਤਾ ਤਾਂ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਨਜ਼ਰ। ਭਾਰਤ ਦੇ ਗ੍ਰਹਿ ਮੰਤਰੀ ਤੋਂ ਆਈ SGPC ਨੂੰ ਚਿੱਠੀ। ਪਿੰਡ ਵਾਸੀਆਂ ਦੇ ਹੱਕ ਵਿੱਚ ਦਿੱਤਾ ਧਰਨਾ। ਗੰਦਲੇ ਪਾਣੀ ਨਾਲ ਮੱਛੀਆਂ ਦੀ ਮੌਤ। ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਦੀ ਦੇਣ। ਨਸ਼ੇ ਦੇ ਖਾਤਮੇ ਲਈ ਅਭਿਆਨ। ਪਟਵਾਰੀਆਂ ਦੇ ਨਿੱਜੀ ਸਹਾਇਕਾਂ ਵੱਲੋਂ ਧਰਨਾ। ਚੋਰ ਨੂੰ ਪਕੜਿਆ SSP ਸੰਗਰੂਰ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਹਾਂ ਅੰਮ੍ਰਿਤਸਰ ਤੋਂ। ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੀ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਈ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਬਿਨਾਂ ਕਿਸੇ ਰੋਕ ਟੋਕ, ਬਿਨਾਂ ਕਿਸੇ ਡਰ ਭੈ ਦੇ ਤੁਸੀਂ ਜਾ ਸਕਦੇ ਹੋ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ। ਵੇਖੋ ਪੂਰੀ ਖਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਬੰਧ ਵਿੱਚ ਜੋ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਨੇ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਉਹ ਕਿਸੇ ਕਿਸਮ ਦੇ ਡਰ ਭੈ ਚ ਨਾ ਆਉਣ। ਇਹ ਜਿਹੜੀ ਐਡਵਾਈਜ਼ਰੀ ਹੈ ਹਰ ਸਾਲ ਜਿਹੜੀ ਆ ਜਾਰੀ ਹੁੰਦੀ ਆ, ਔਰ ਕਈ ਸਾਲਾਂ ਤੋਂ ਸਾਨੂੰ ਇਹੀ ਚਿੱਠੀ ਜਿਹੜੀ ਆ ਇਹ ਇਨ ਵਿਨ ਆ ਰਹੀ ਹੈ, ਅਤੇ ਪਿਛਲੇ ਸਾਲਾਂ ਦੌਰਾਨ ਵੀ ਆਈ ਆ। ਇਸ ਬਾਰੇ ਵੀ ਇਹਦੇ 'ਚ ਕਈ ਸ਼ਬਦਾਂ ਦੀ ਵੀ ਤਬਦੀਲੀ ਨਹੀਂ ਹੈ। ਔਰ ਜਦੋਂ ਵੀ ਕਿਸੇ ਦੂਸਰੇ ਦੇਸ਼ ਜਾਣਾ ਆ ਤਾਂ ਸਰਕਾਰ ਵੱਲੋਂ ਜਿਹੜੀਆਂ ਜਥੇ ਦੇ ਜਿਹੜੇ ਸਾਡਾ ਯਾਤਰਾ ਵਿਭਾਗ ਆ ਉਹਨੂੰ ਹਦਾਇਤਾਂ ਜਾਰੀ ਕੀਤੀ ਜਾਂਦੀਆਂ ਨੇ, ਉਸ 'ਤੇ ਹਰ ਸਾਲ ਅਮਲ ਕੀਤਾ ਜਾਂਦਾ। ਔਰ ਇਸ ਵਾਰ ਵੀ ਸੇਮ ਹਦਾਇਤਾਂ ਆਈਆਂ ਨੇ, ਸੋ ਕਿਸੇ ਕਿਸਮ ਦੀ ਡਰ ਭੈ ਦੀ ਜ਼ਰੂਰਤ ਨਹੀਂ ਆ। ਸ਼ਰਧਾਲੂ ਜਿਹੜੇ ਸਾਡੇ ਉਸ ਜਥੇ ਦੇ ਲੀਡਰ ਹੋਣਗੇ, ਉਹਨਾਂ ਦੀ ਜਿਹੜੀ ਨਿਗਰਾਨੀ ਦੇ ਵਿੱਚ ਹੀ ਜਿਹੜੀ ਇਹ ਯਾਤਰਾ ਜਾਂ ਜੋ ਉਹਦਾ ਜਥੇ ਦਾ ਰੂਟ ਪਲਾਨ ਆ ਉਹਦੇ ਮੁਤਾਬਕ ਹੀ ਉੱਥੇ ਜਿਹੜੀ ਯਾਤਰਾ ਜਾਂ ਜਿਹੜੇ ਦਰਸ਼ਨ ਕਰਨ। ਜਥਾ ਕਦੋਂ ਜਾ ਰਿਹਾ ਹੈ? ਨਹੀਂ, ਕੋਈ ਇਹੋ ਜਿਹੀ ਦਿੱਕਤ ਨਹੀਂ ਹੋਣੀ ਚਾਹੀਦੀ। ਇਹ ਜਥਾ ਜਿਹੜਾ ਹਰ ਸਾਲ ਦੀ ਤਰ੍ਹਾਂ 21 ਜੂਨ ਤੋਂ ਲੈ ਕੇ 21 ਜੂਨ ਨੂੰ ਜਾਵੇਗਾ, ਔਰ 30 ਜੂਨ ਨੂੰ ਵਾਪਸੀ ਆ। ਮਹਾਰਾਜਾ ਰਣਜੀਤ ਸਿੰਘ ਦੀ ਵਰਸੀ 'ਤੇ ਹਰ ਸਾਲ ਜਾਂਦਾ, ਔਰ ਇਸ ਵਾਰ ਵੀ ਜਾਏਗਾ। ਔਰ ਫਿਰ ਮੈਂ ਦੁਬਾਰਾ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਵੀ ਉਹ ਕਿਸੇ ਕਿਸਮ ਦੇ ਡਰ ਭੈ ਵਿੱਚ ਨਾ ਆਉਣ, ਵੀ ਜਥਾ ਪਹਿਲੇ ਦੀ ਤਰ੍ਹਾਂ ਜਾਵੇਗਾ ਅਤੇ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਸੰਗਤਾਂ ਨੇ ਬਿਨਾਂ ਡਰ ਭੈ ਤੋਂ ਉੱਥੇ ਦੇ ਦਰਸ਼ਨ ਕਰ ਸਕਦੀਆਂ। ਖਬਰ ਲੈਂਦੇ ਹਾਂ ਫਤਿਹਗੜ੍ਹ ਸਾਹਿਬ ਤੋਂ। ਪਿੰਡ ਵਾਸੀਆਂ ਦੇ ਹੱਕ ਵਿੱਚ ਦਿੱਤਾ ਜਾ ਰਿਹਾ ਹੈ ਧਰਨਾ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ 417 ਏਕੜ ਜ਼ਮੀਨ ਜਿਨ੍ਹਾਂ ਦੇ ਉੱਪਰ ਨਜਾਇਜ਼ ਕਬਜ਼ੇ ਸੀ, ਜੋ ਇੱਕ ਮੁਹਿੰਮ ਦੇ ਤਹਿਤ ਇਹ ਜ਼ਮੀਨ ਕਢਵਾਈ ਗਈ ਹੈ, ਉਹ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਹੈ, ਨਾਰਾਜ਼ਗੀ ਹੈ। ਵੇਖੋ ਪੂਰੀ ਖਬਰ। ਹੈਲੋ ਜੀ, ਮੰਤਰੀ ਨਾਲ ਤੁਹਾਡੀ ਜਦੋਂ ਮੰਤਰੀ ਨਾਲ ਗੱਲ ਹੋਈ ਕਿ ਤੁਸੀਂ ਸਰਾਸਰ ਗਰੀਬ ਕਿਸਾਨਾਂ ਨਾਲ ਧੱਕਾ ਕਰਦੇ ਹੋ, ਤਾਂ ਉਹ ਇਹ ਗੱਲ ਇਸ ਪਿੰਡ ਦੀ ਸਲੇੜੀ ਪਿੰਡ ਦੀ ਜ਼ਮੀਨ ਬਾਰੇ ਗੱਲ ਮੰਨ ਵੀ ਚੁੱਕੇ ਨੇ ਕਿ ਸਾਤੋਂ ਗਲਤੀ ਹੋਈ ਹੈ। ਅਸੀਂ ਉਸ ਪਿੰਡ ਕਬਜ਼ਾ ਲੈਣ ਗਏ ਸੀ, ਸਾਨੂੰ ਉਸ ਜ਼ਮੀਨ 'ਤੇ ਕਬਜ਼ਾ ਨਹੀਂ ਲੈਣਾ ਬਣਦਾ, ਕਿਉਂਕਿ ਉਹਦਾ ਆਲਰੇਡੀ ਪਹਿਲਾਂ ਹੀ ਉਹਨਾਂ ਕਿਸਾਨਾਂ ਦੀ ਜ਼ਮੀਨ ਹੈ। ਅਤੇ ਇੱਕ ਉਹਨਾਂ ਨੇ ਕਮੇਟੀ ਨੂੰ ਕਿਹਾ ਸੀ ਕਿ 9 ਮੈਂਬਰੀ ਕਮੇਟੀ ਬਣਾਈ ਜਾਵੇ। ਉਹ 9 ਮੈਂਬਰੀ ਕਮੇਟੀ ਹਲੇ ਬਣੂਗੀ। ਜਦੋਂ 9 ਮੈਂਬਰੀ ਕਮੇਟੀ ਬਣੂਗੀ, ਉਹ ਕਮੇਟੀ ਜਿਹੜੀ ਜ਼ਮੀਨ ਪਾਸ ਕਰੂਗੀ ਉਹਨੂੰ ਸਰਕਾਰ ਛਡਾਊਗੀ। ਜਿਹੜੀ ਉਹ ਕਮੇਟੀ ਨਹੀਂ ਪਾਸ ਕਰੂਗੀ, ਇਹ ਤਾਂ ਕਿਸਾਨਾਂ ਦੀ ਜ਼ਮੀਨ ਹੈ, ਉਹ ਕਿਸਾਨਾਂ ਦੇ ਕੋਲੇ ਰਹੂਗੀ। ਪਤਾ ਨਹੀਂ, ਮੇਰੇ ਸਮਝ 'ਚ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਦੁਬਾਰਾ ਇੱਥੇ ਬੋਲੀ ਕਰਨ ਆਉਂਦੇ ਆ, ਜਦੋਂ ਹਾਲੇ ਕਮੇਟੀ ਨਹੀਂ ਬਣੀ। ਜਦ ਕਿ 30 ਜੂਨ ਦਿੱਤੀ ਹੈ ਕਿ 30 ਜੂਨ ਤੋਂ ਪਹਿਲਾਂ ਨਾ ਕਿਤੇ ਪੰਚਾਇਤੀ ਜਗ੍ਹਾ ਤੋਂ ਮਕਾਨ ਢਾਹੇ ਜਾਣਗੇ, ਨਾ ਹੀ ਕਿਤੇ ਕਬਜ਼ਾ ਲਿਆ ਜਾਊਗਾ। ਮੇਰੇ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਇਹ। ਕਿਵੇਂ ਪ੍ਰਸ਼ਾਸਨ ਦੁਬਾਰੇ ਫਿਰ ਉਹ ਇੱਕ ਮੰਤਰੀ ਦੇ ਕਹਿਣ ਦੇ ਬਾਵਜੂਦ ਦੁਬਾਰੇ ਫਿਰ ਉਸ ਟਾਈਮ ਦੇ ਅੰਦਰ ਪਿੰਡਾਂ 'ਚ ਬੋਲੀਆਂ ਕਰਾਉਣ ਆ ਰਿਹਾ ਅਤੇ ਕਬਜ਼ੇ ਲੈਣ ਆ ਰਿਹਾ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਕੱਲ੍ਹ ਪਟਿਆਲੇ ਆਇਆ ਸੀ, ਉੱਥੋਂ ਵਾਪਸ ਮੋੜੇ ਆ ਪ੍ਰਸ਼ਾਸਨ, ਅੱਜ ਉਰੇ ਆ ਰਿਹਾ। ਇਹ ਅਜੀਬੋ-ਗਰੀਬ ਗੱਲਾਂ ਨੇ ਸਰਕਾਰ ਦੀਆਂ। ਅੱਜ ਮਸਲਾ ਕਿੱਥੇ ਤੱਕ ਪਹੁੰਚਿਆ? ਮਸਲੇ ਆ ਜੀ ਵੀ ਪਹਿਲਾਂ 12 ਤਰੀਕ ਨੂੰ ਇਹਨਾਂ ਨੇ ਸਾਡੇ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਨੂੰ ਭੁਲਾ ਕੇ ਮਤਲਬ ਕਿਹਾ ਵੀ ਤੁਹਾਨੂੰ ਅਸੀਂ ਜ਼ਮੀਨਾਂ ਦੇਵਾਂਗੇ, ਸਾਨੂੰ ਅੱਜ ਦੀ ਇਹ ਕਾਰਵਾਈ ਜਿਹੜੀ ਹੈ ਸ਼ਾਂਤਮਈ ਕਰ ਲੈਣ ਦਿਓ। ਤਾਂ ਉਹ ਹੁਣ ਜਦੋਂ 23 ਤਰੀਕ ਨੂੰ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋ ਗਈ, ਸਾਡੀ ਯੂਨੀਅਨ ਦੀ ਹੋ ਗਈ, ਡੱਲੇਵਾਲ ਸਾਹਿਬ ਦੀ ਹੋ ਗਈ, ਵੀ ਇਹ ਜਿਹੜੀ ਆ ਕਮੇਟੀ ਬਣੂਗੀ, ਵੀ ਇਹ ਸਾਰੀ ਜ਼ਮੀਨਾਂ ਦੀ ਘੋਖ ਹੋਊਗੀ ਪੂਰੇ ਪੰਜਾਬ ਦੇ ਵਿੱਚ, ਕਿਹੜੀ ਜ਼ਮੀਨ ਦੀ ਬੋਲੀ ਹੋਣੀ ਹੈ, ਕਿਹੜੀ ਦੀ ਨਹੀਂ ਹੋਣੀ, ਕਿਹੜੀ ਦਾ ਕਬਜ਼ਾ ਹੋਣਾ, ਕਿਹੜੀ ਦਾ ਨਹੀਂ। ਅਤੇ ਉਹਦੇ ਬਾਵਜੂਦ ਵੀ ਇਹ ਅਜੇ ਕਮੇਟੀ ਵੀ ਨਹੀਂ ਬਣੀ। ਉਹ ਤੋਂ ਪਹਿਲਾਂ ਹੀ ਇਹ ਸਰਕਾਰ ਜਿਹੜੀ ਹੈ ਸਾਡੇ ਲੋਕਾਂ ਨੂੰ ਮਾਰਨ ਵਾਸਤੇ ਆ ਰਹੀ ਹੈ, ਪਿੰਡਾਂ 'ਚ ਬੋਲੀਆਂ ਕਰਾਓ ਜੀ, ਬੋਲੀਆਂ ਕਰਾਓ ਜੀ। ਵੀ ਕਿਉਂ ਕਰਾਈਏ? ਅਸੀਂ ਜਨਤਾ ਪਹਿਲਾਂ ਤੋਂ ਹੀ ਕਹਿ ਰਹੇ ਵੀ ਸਾਡੀ ਜ਼ਮੀਨ ਆ ਇਹ। ਅਸੀਂ ਅੱਜ ਤੱਕ ਕਦੇ ਬੋਲੀ ਨਹੀਂ ਭਰੀ। ਸਾਡੇ ਬਜ਼ੁਰਗਾਂ ਨੇ ਇਹ ਜ਼ਮੀਨਾਂ ਬੜੇ ਜਿਹੜੇ ਝਾੜ ਪੱਟ ਕੇ ਸਾਡੇ ਆਬਾਦ ਕਰੀਏ ਨੇ ਜੀ।
ਹੁਣ ਕਿਹੜੇ ਹਿਸਾਬ ਨਾਲ ਮਹਿਕਮਾ ਕਹਿ ਰਹੇ ਬੋਲੀ ਕਰਾਓ? ਸਾਡੇ ਕੋਲ ਰਸੀਦਾਂ ਨੇ, ਸਾਡੇ ਬਜ਼ੁਰਗਾਂ ਨੇ ਜਿਹੜੀਆਂ ਰਸੀਦਾਂ ਪੈਸੇ ਭਰੇ ਵੇ ਨੇ। ਹੁਣ ਫੇਰ ਮਹਿਕਮਾ ਇਹਨਾਂ ਨੂੰ ਪਤਾ ਨਹੀਂ, ਸਮਝ ਨਹੀਂ ਆਉਂਦਾ ਹੁਣ ਜਾਂ ਤਾਂ ਮੰਤਰੀ ਨੂੰ ਵਿਸ਼ਵਾਸ ਨਹੀਂ ਜਾਂ ਮਹਿਕਮੇ ਨੂੰ ਵਿਸ਼ਵਾਸ ਨਹੀਂ, ਆਪਸ ਵਿੱਚ ਇੱਕ ਦੂਜੇ ਨਾਲ ਕੀ ਗੱਲ ਹੁਣ ਹੈ। ਤੁਸੀਂ ਫਿਰ ਵਿਰੋਧ ਕਰੋਗੇ ਪੂਰਾ? ਅਸੀਂ ਦੇਖੋ ਜੀ ਸ਼ਾਂਤਮਈ ਧਰਨਾ ਦੇ ਰਹੇ ਹਾਂ। ਜੇ ਮਹਿਕਮਾ ਅੱਗੇ ਇੱਥੇ ਕੋਈ ਧੱਕਾ ਕਰੂਗਾ ਤਾਂ ਅਸੀਂ ਵੀ ਤਿਆਰ ਹਾਂ। ਅਸੀਂ ਲੜਨ ਨੂੰ ਵੀ ਤਿਆਰ ਹਾਂ, ਅਸੀਂ ਜੇਲ੍ਹ ਜਾਣ ਨੂੰ ਵੀ ਤਿਆਰ ਹਾਂ। ਅਸੀਂ ਸਭ ਕੁਝ ਬਰਾਬਰ ਖੜਾਂਗੇ ਹੁਣ। ਠੀਕ ਆ, ਕਬਜ਼ਾ ਨਹੀਂ। ਗੱਲਾਂ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ, ਕਿਉਂਕਿ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਧੱਕਾ ਕਰਿਆ। ਜੇ ਹੁਣ ਧੱਕਾ ਕਰਨਗੇ ਵੀ ਅਸੀਂ ਕਾਇਮ ਹਾਂ। ਕੋਈ ਕਬਜ਼ਾ ਨਹੀਂ ਤੁਸੀਂ ਹੁਣ ਦੇਣਾ? ਬਿਲਕੁਲ ਵੀ। ਸਾਡਾ ਪਹਿਲਾਂ ਵੀ ਸਾਡਾ ਕਬਜ਼ਾ ਸੀਗਾ ਜੀ, ਹੁਣ ਵੀ ਸਾਡਾ ਕਬਜ਼ਾ ਹੈ। ਨਹੀਂ, ਉਹਨਾਂ ਨੇ ਕਬਜ਼ਾ, ਉਹ ਕਹਿੰਦੇ ਕਬਜ਼ਾ ਲੈ ਲਿਆ ਸੀ। ਦੇਖੋ ਜੀ ਕਬਜ਼ਾ ਉਹ ਜਿਹੜੀ ਪਹਿਲਾਂ ਆਲਰੇਡੀ ਜ਼ਮੀਨ 10 ਕਿੱਲੇ ਸਾਡੀ ਸ਼ਾਮਲਾਟ ਆ ਉਹਦਾ ਹੀ ਲਿਆ ਉਹਨਾਂ ਨੇ, ਬਾਕੀ ਜ਼ਮੀਨ ਦਾ ਕੋਈ ਕਬਜ਼ਾ ਨਹੀਂ ਲਿਆ। ਬਾਕੀ ਦਾ ਸਾਡੇ ਕੋਲੇ ਆ, ਹੁਣ ਪਹਿਲਾਂ ਵੀ ਸਾਡੇ ਕੋਲ ਸੀ। ਖਬਰ ਲੈਂਦੇ ਹਾਂ ਫਿਰੋਜ਼ਪੁਰ ਦੀ ਗੱਲ ਕਰੀਏ ਤੇ ਗੰਦਲੇ ਪਾਣੀ ਦੇ ਕਾਰਨ ਮੱਛੀਆਂ ਦੀ ਜਿਹੜੀ ਮੌਤ ਹੈ ਉਹ ਹੋ ਰਹੀ ਹੈ। ਦਰਿਆ ਦਾ ਪਾਣੀ ਅਜਿਹਾ ਗੰਦਾ ਹੋ ਰਿਹਾ ਹੈ ਜਿਸ ਦੇ ਵਿੱਚ ਫੈਕਟਰੀਆਂ ਦਾ ਹੋਰ ਬਹੁਤ ਸਾਰੇ ਸਾਈਡਾਂ ਤੋਂ ਗੰਦਲਾ ਪਾਣੀ ਜਿਹੜਾ ਜ਼ਹਿਰੀਲਾ ਪਾਣੀ ਹੈ ਉਹ ਐਂਟਰ ਹੁੰਦਾ ਹੈ ਤਾਂ ਜਿਹੜਾ ਦਰਿਆ ਦਾ ਪਾਣੀ ਹੈ ਜਿਸ ਦੇ ਵਿੱਚ ਮੱਛਲੀਆਂ ਨੇ ਉਹ ਵੀ ਉਸ ਦੇ ਵਿੱਚ ਹੀ ਮਰ ਜਾਂਦੀਆਂ ਨੇ। ਵੇਖੋ ਪੂਰੀ ਖਬਰ ਜੀ। ਪਹਿਲਾਂ ਤਾਂ ਮੈਂ ਆਪਦਾ ਦਿੰਦੀ ਵੀ ਮੈਂ ਸਟੇਟ ਜ਼ੋਨ ਸੈਕਟਰੀ ਬੀਬੀ ਭੁਪਿੰਦਰ ਕੌਰ, ਆਮ ਆਦਮੀ ਪਾਰਟੀ, ਤੇ ਮੈਂ ਇਸ ਤੇ ਬਹੁਤ ਵੀ ਐਕਸ਼ਨ ਲੈਣਾ ਚਾਹੁੰਦੇ। ਸਾਡੀ ਪਾਰਟੀ ਲਊਗੀ ਵੀ ਜਿਹੜਾ ਗੰਦਾ ਪਾਣੀ ਹੈ, ਮछलियाँ ਮਰ ਰਹੀਆਂ ਹੈ ਜਾਂ ਗੰਦਾ ਪਾਣੀ ਲੋਕ ਪੀ ਰਹੇ, ਬਿਮਾਰੀਆਂ ਦੇ ਘੇਰੇ 'ਚ ਆ ਰਹੇ ਹੈ, ਇਹ ਬਹੁਤ ਮਾੜੀ ਗੱਲ ਹੈ। ਅਸੀਂ ਜੋ ਵੀ ਕੋਸ਼ਿਸ਼ ਹੋਊਗੀ ਅਸੀਂ ਮਾਨ ਸਾਹਿਬ ਨੂੰ ਲਿਖ ਕੇ ਭੇਜਾਂਗੇ ਤੇ ਵੱਧ ਤੋਂ ਵੱਧ ਪਾਣੀ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਗੱਲ ਕਿਤੇ ਬੁੱਢੇ ਨਾਲੇ ਤੋਂ ਜਿਹੜਾ ਲੁਧਿਆਣੇ ਤੋਂ ਪੈਂਦਾ ਹੈ, ਕੈਮੀਕਲਸ ਪੈ ਰਹੇ ਆ, ਲੰਮੇ ਸਮੇਂ ਤੋਂ ਪੈ ਰਹੇ ਆ, ਕਿਸੇ ਸਰਕਾਰ ਨੇ ਕੋਈ ਇਹਦੇ ਵਿੱਚ ਧਿਆਨ ਨਹੀਂ ਦਿੱਤਾ ਕਿ ਹੁਣ ਜਿਹੜੀ ਸਰਕਾਰ ਇਸ ਤੇ ਐਕਸ਼ਨ ਲਊਗੀ, ਬੰਦ ਕਰਾਊਗੀ? ਜੇ ਅਸੀਂ ਪਹਿਲਾਂ ਵੀ ਧਰਨੇ ਲਾਉਂਦੇ ਰਹੇ ਗੰਦੇ ਨਾਲੇ ਪਾਣੀ ਦੇ ਕਰਕੇ, ਅਸੀਂ ਪਹਿਲਾਂ ਵੀ ਸੋਚਦੇ ਸੀ ਗੰਦਾ ਪਾਣੀ ਜਿਹੜਾ ਲੁਧਿਆਣੇ ਤੋਂ ਦਰਿਆ 'ਚ ਪੈ ਰਿਹਾ ਇਹਦੇ ਬਾਰੇ ਸੋਚਿਆ ਜਾਵੇ। ਹੁਣ ਅਸੀਂ ਸਖਤ ਐਕਸ਼ਨ ਲਵਾਂਗੇ ਜੀ। ਸਾਡੀ ਪਾਰਟੀ ਐਸੇ ਕੰਮ ਤੇ ਹੈ। ਅਸੀਂ ਜੋ ਵੀ ਸੁਧਾਰ ਲਾਉਣਾ ਚਾਹੁੰਦੇ ਪਾਣੀਆਂ ਪਿੱਛੇ ਜਾਂ ਕਰਪਸ਼ਨ ਪਿੱਛੇ, ਅਸੀਂ ਸਭ ਦਾ ਸਾਥ ਦੇਣਾ ਚਾਹੁੰਦੇ ਹਾਂ ਵੀ ਅਸੀਂ ਗੰਦੇ ਪਾਣੀ ਤੋਂ ਸਾਫ਼ ਪਾਣੀ ਲਿਆਉਣਾ ਚਾਹੁੰਦੇ ਹਾਂ। ਜੀ ਇਹ ਚੀਜ਼ ਸਾਡੇ ਧਿਆਨ 'ਚ ਕੁਝ ਕੰਪਲੇਂਟਸ ਵਗੈਰਾ ਆਈਆਂ ਕਿ ਉੱਥੇ ਜਿਹੜਾ ਹੈਗਾ ਵਾਟਰ ਜ਼ਿਆਦਾ ਪੋਲਿਊਟਡ ਹੋ ਕਰਕੇ ਜਿਹੜਾ ਹੈਗਾ ਕੁਝ ਜੀਵ ਜੰਤੂਆਂ ਨੂੰ, ਫਿਸ਼ਿਸ ਜਿਹੜੀ ਹੈਗੀਆਂ ਉਹਨਾਂ ਨੂੰ ਇਫੈਕਟ ਹੋ ਰਿਹਾ ਹੈ। ਤੇ ਇਹਦੇ ਬਾਰੇ ਮੈਂ ਕੰਸਰਨ ਡਿਪਾਰਟਮੈਂਟ ਦੇ ਐਕਸੀਅਨਸ ਨਾਲ ਗੱਲ ਕੀਤੀ ਹੈਗੀ ਹੈ। ਉਹਨਾਂ ਨੂੰ ਕਿਹਾ ਇਹਦੇ ਉੱਤੇ ਕੁਇਕਲੀ ਜਿਹੜਾ ਹੈਗਾ ਸਾਈਟ ਇਨਸਪੈਕਸ਼ਨ ਕੀਤੀ ਜਾਵੇ ਔਰ ਜੇਕਰ ਇਹ ਚੀਜ਼ ਹੈਗੀ ਹੈ ਤਾਂ ਫਿਰ ਇਹਦੀ ਜੋ ਵੀ ਰੈਮੀਡੀਜ਼ ਹੈਗੀਆਂ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹੈਗਾ ਕਰਵਾ ਲਿਆ ਜਾਵੇ। ਸੋ ਮੇਰੀ ਹੁਣੀ ਗੱਲ ਹੋਈ ਹੈ ਉਹਨਾਂ ਦੇ ਨਾਲ ਐਂਡ ਮੋਸਟ ਲਾਈਕਲੀ ਜਿਹੜਾ ਹੈਗਾ ਉਹ ਅੱਜ ਹੀ ਵਿਜ਼ਿਟ ਕਰਕੇ ਇਸ ਚੀਜ਼ ਨੂੰ ਠੀਕ ਕਰਾ ਲੈਣਗੇ। ਇਹ ਵੱਡਾ ਮਸਲਾ ਹੈ। ਲੁਧਿਆਣੇ ਤੋਂ ਜੇ ਗੱਲ ਕੀਤੀ ਜਾਵੇ, ਸਤਲੁਜ ਬਿਆਸ ਦਾ ਸੰਗਮ ਹੁੰਦਾ ਹੈ ਹਰੀਕੇ ਪੱਤਨ ਦੇ ਵਿੱਚ, ਉੱਥੇ ਇੱਕ ਬੁੱਢੇ ਨਾਲੇ ਦਾ ਪਾਣੀ ਜਿਹੜਾ ਹੈ ਕਿ ਉਸ ਵਿੱਚ ਸ਼ਾਮਲ ਹੁੰਦਾ, ਉਸ ਤੋਂ ਬਾਅਦ ਸਾਰਾ ਪੋਲੂਟਡ ਹੋ ਰਿਹਾ ਹੈ। ਤੁਹਾਡੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਪਾਣੀ ਸਿਰਫ ਪੀਣ ਸਿੰਚਾਈ ਲਈ ਵਰਤਿਆ ਜਾਵੇ, ਪਰ ਉਹਦਾ ਪਰਮਾਨੈਂਟ ਹੱਲ ਨਹੀਂ ਹੋ ਪਾ ਰਿਹਾ। ਸੋ ਜਿਵੇਂ ਤੁਸੀਂ ਆਪ ਕਿਹਾ ਹੈਗਾ ਕਿ ਇਹ ਬੁੱਢੇ ਨਾਲੇ ਤੋਂ ਜਿਹੜਾ ਹੈਗਾ ਉਹ ਰੈਗੂਲਰਲੀ ਇਨ ਅ ਵੇ ਜਿਹੜਾ ਹੈਗਾ ਪੋਲਿਊਟੈਂਟਸ ਇਸ ਸਾਈਡ ਆਉਂਦੇ ਨੇ, ਤਾਂ ਇਸ ਕਰਕੇ ਜਿਹੜਾ ਹੈਗਾ ਮਹਿਕਮੇ ਨੂੰ ਇਹ ਇਨਸਟਰਕਸ਼ਨਸ ਹੈਗੀਆਂ ਕਿ ਉਹਨਾਂ ਨੂੰ ਰੈਗੂਲਰਲੀ ਚੈੱਕ ਕੀਤਾ ਜਾਵੇ ਔਰ ਰੈਗੂਲਰਲੀ ਜਿਹੜਾ ਹੈਗਾ ਉਹਦੀ ਰੈਮੀਡੀਜ਼ ਜਿਹੜੀ ਹੈਗੀ ਅਪਣਾਈ ਜਾਣ। ਸੋ ਉਹ ਅਸੀਂ ਜਿਹੜਾ ਹੈਗਾ ਬਹੁਤ ਸੀਰੀਅਸਲੀ ਟੇਕ ਅਪ ਕੀਤਾ ਹੋਇਆ ਡਿਪਾਰਟਮੈਂਟ ਦੇ ਨਾਲ ਐਂਡ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਕਰਾ ਰਹੇ ਹਾਂ। ਖਬਰ ਰਹਿੰਦੇ ਹੁਸ਼ਿਆਰਪੁਰ ਤੋਂ। ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਦੀ ਸੱਚਮੁੱਚ ਅਸੀਂ ਦੇਣ ਜੋ ਇਹਨਾਂ ਨੇ ਸੇਵਾ ਕੀਤੀ ਹੈ, ਬੇਸ਼ੱਕ ਉਹ ਕਰੋਨਾ ਮਹਾਮਾਰੀ ਦੇ ਦਿਨਾਂ ਵਿੱਚ ਹੋਵੇ ਜਾਂ ਜਦੋਂ ਕਿਸਾਨਾਂ ਦਾ ਧਰਨਾ ਲੱਗਾ ਸੀ ਉੱਥੇ ਦੀ ਸੇਵਾ ਹੋਵੇ, ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਪਤਾ ਹੁੰਦੀ ਹੈ ਤੇ ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਪਹਿਲ ਕਦਮੀ ਦੇ ਨਾਲ ਸੇਵਾ ਲਈ ਅੱਗੇ ਆਇਆ ਜਾਂਦਾ ਹੈ। ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਔਰ ਅਕਾਲ ਪੁਰਖ ਦਾ ਸ਼ੁਕਰ ਕਰਦੇ ਸੇਵਾ ਕਰਦੇ ਨੇ। ਵੇਖੋ ਪੂਰੀ ਖਬਰ। ਮਹਿੰਗਾਈ ਦੇ ਮਾਹੌਲ ਦੇ ਵਿੱਚ ਇੱਡੀ ਵੱਡੀ ਸੰਸਥਾ ਨੂੰ ਮੈਨੇਜ ਕਰਨਾ, ਚਲਾਉਣਾ ਕੋਈ ਛੋਟੀ ਗੱਲ ਨਹੀਂ। ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਮੈਨੇਜ ਦੇਖੋ ਜੀ, ਸਾਡੀ ਮੈਨੇਜ ਤਾਂ ਹੀ ਮੇਨ ਪਾਵਰ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਹੀ ਸਮਝਦੇ, ਉਹਨਾਂ ਦੀ ਮੇਨ ਪਾਵਰ ਦੇ ਨਾਲ ਹੀ ਇਹ ਚੱਲ ਰਿਹਾ ਤੇ ਬਾਕੀ ਹੋਰ NRI ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸੇਵਾ ਚੱਲ ਰਹੀ ਧੰਨ ਗੁਰੂ ਰਾਮਦਾਸ ਲੰਗਰ ਸਥਾਨ ਪੁਰਹੀਨਾ ਹੁਸ਼ਿਆਰਪੁਰ, ਜੋ ਕਿ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਇੱਥੋਂ ਸਿਵਲ ਹਸਪਤਾਲ ਨੂੰ ਲੰਗਰ ਜਾ ਰਿਹਾ। ਉਹਦੇ ਵਿੱਚ ਕੁਝ ਸ਼ਹਿਰ ਵੀ ਹੈਗੇ ਆ, ਮਤਲਬ ਇਸ ਟਾਈਮ ਪੂਰਾ ਪੰਜਾਬ ਕਵਰ ਆ ਜੀ। ਤੇ ਆਪਾਂ ਗੱਲ ਕਰੀਏ ਸ਼ੁਰੂਆਤੀ ਦੌਰ ਦੇ ਵਿੱਚ, ਕਿਉਂਕਿ ਹੁਣ ਖੁੱਲੇ ਨੂੰ ਵੀ 2 ਸਾਲ ਤੋਂ ਅਬਵ ਦਾ ਸਮਾਂ ਹੋ ਚੁੱਕਾ ਹੈ। ਸ਼ੁਰੂਆਤੀ ਦੌਰ ਦੇ ਵਿੱਚ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਤੇ ਇਸ ਵੇਲੇ ਕਿਸ ਸਟੇਜ ਤੇ ਹੈਗਾ? ਕਿੰਨੇ ਕੁ ਜਿਹੜੇ ਬੰਦੇ ਹੈਗੇ ਜਿਨ੍ਹਾਂ ਨੂੰ ਲੰਗਰ ਪਹੁੰਚਾ ਰਹੇ, ਕਿੰਨੇ ਕੁਆਂਟੀਟੀ ਦੇ? ਦੇਖੋ ਜੇ 2019 ਦੇ ਵਿੱਚ ਸੇਵਾ ਸ਼ੁਰੂ ਹੋਈ ਸੀ ਉਦੋਂ 10 ਗੱਡੀਆਂ ਤੋਂ 11 ਸ਼ੁਰੂ ਕੀਤੀ ਸੀਗੀ। ਇਸ ਟਾਈਮ 35 ਗੱਡੀਆਂ ਚੱਲ ਰਹੀਆਂ ਪੂਰੇ ਪੰਜਾਬ ਦੇ ਵਿੱਚ ਤੇ ਮਤਲਬ ਪੂਰਾ ਪੰਜਾਬ ਕਵਰ ਆ ਜੀ। ਤੇ ਉਹਦੇ ਵਿੱਚ ਜਿਹੜਾ ਕਿ ਇਸ ਟਾਈਮ ਜਿਹੜੇ ਪਲਾਈ ਵੀ ਆ ਉਹ ਵੀ ਮਤਲਬ 65 ਬੰਦੇ ਜਿਹੜੇ ਸਾਡੇ ਕੋਲ ਸੇਵਾਦਾਰ, ਪੱਕੇ ਸੇਵਾਦਾਰ ਆ ਜੀ।
ਤੇ ਤੁਸੀਂ ਜਿੱਦਾਂ ਗੱਲ ਕੀਤੀ ਕਿ ਪੰਜਾਬ ਨੂੰ ਅਸੀਂ ਪੂਰੇ ਪੰਜਾਬ ਤੇ ਪਾਉਂਦੇ ਹਾਂ, ਕਿੱਦਾਂ ਪੋਸੀਬਲ ਹੁੰਦਾ ਐਡੇ ਵੱਡੇ ਪੰਜਾਬ ਨੂੰ ਕਵਰ ਕਰਨਾ, ਕਿੱਦਾਂ ਪੋਸੀਬਲ ਆ? ਕੀ ਹੋਰ ਬ੍ਰਾਂਚਿਸ ਵੀ ਹੈਗੀਆਂ ਨੇ? ਇਹਦੀ ਦੂਜੀ ਬ੍ਰਾਂਚ ਆ ਜੀ, ਜਿਹੜੀ ਕਿ ਜਿਵੇਂ ਹੁਣ ਮਾਲਵਾ ਬਹੁਤ ਦੂਰ ਪੈਂਦੇ 3-4 ਘੰਟੇ ਲੱਗਦੇ, ਜਿਵੇਂ ਫਾਜ਼ਿਲਕਾ ਹੀ ਲੈ ਲਓ ਜਾਂ ਫਿਰੋਜ਼ਪੁਰ ਲੈ ਲਓ ਜਾਂ ਸੰਗਰੂਰ, ਉੱਥੋਂ ਗੱਡੀ ਪਹੁੰਚ ਨਹੀਂ ਪਾਉਂਦੀ ਸੀਗੀ, ਉਹਨੂੰ ਲੈ ਕੇ ਫਿਰ ਇਦਾਂ ਸੇਮ ਹੀ ਇਦਾਂ ਦੀ ਇੱਕ ਕਿਚਨ ਉੱਥੇ ਮਾਲਵੇ ਦੇ ਵਿੱਚ ਬਣਾਈ ਹੈ ਮੁਕਤਸਰ ਸਾਹਿਬ ਮਧੀਰ, ਜਿਹਦੇ ਕਿ 24 ਮਾਰਚ ਨੂੰ ਉਹ ਸੇਵਾ ਸ਼ੁਰੂ ਹੋਈ ਹੈ ਜੀ। ਇਸ ਟਾਈਮ ਉਧਰੋਂ ਫਾਜ਼ਿਲਕਾ, ਮੁਕਤਸਰ, ਹਬੋਰ, ਮਲੋਟ, ਫਰੀਦਕੋਟ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ ਤੇ ਮਤਲਬ ਆਦ ਸਾਰੇ ਜ਼ਿਲ੍ਹੇ ਜਿਹੜੇ ਉੱਥੇ ਪੂਰੇ ਕਵਰ ਹੋ ਗਏ ਜੀ। ਹੁਣ ਉੱਧਰ ਪੂਰੇ ਪੰਜਾਬ ਦੇ ਵਿੱਚ ਸੇਵਾ ਚੱਲ ਰਹੀ ਹੈ ਜੀ। ਇੱਥੇ ਜੇ ਗੱਲ ਕਰੀਏ ਹੁਣ ਇੱਥੇ ਮੈਂ ਦੇਖਿਆ ਠੀਕ ਹੈ ਮੈਨ ਪਾਵਰ ਵੀ ਹੈਗੀ ਆ, ਚਲੋ ਸਿੰਪਲਾਈ ਰੱਖਿਆ, ਲੇਕਿਨ ਕੋਈ ਸੇਵਾਦਾਰ ਵੀ ਹੁੰਦੇ ਜਿਹੜੇ ਆਪਾਂ ਇੱਥੇ ਪਾਰਟਿਸਿਪੇਟ? ਹਾਂਜੀ ਹਾਂਜੀ, ਨੁਕਸਾਨ ਸੇਵਾ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜੇ ਰਿਟਾਇਰਮੈਂਟ ਹੋਏ, ਕੋਈ ਬਿਜਲੀ ਬੋਰਡ ਤੋਂ ਰਿਟਾਇਰਮੈਂਟ ਆ, ਕੋਈ ਟੀਚਰ ਰਿਟਾਇਰਮੈਂਟ ਆ, ਕੋਈ ਬੈਂਕ ਤੋਂ ਰਿਟਾਇਰਮੈਂਟ ਆ, ਉਹਨਾਂ ਦੀ ਪੱਕੀ ਸੇਵਾ ਉਹਨਾਂ ਨੇ ਸਵੇਰੇ ਆ ਜਾਣਾ ਤੇ ਜਿਹੜਾ ਕੱਟ ਕਟਾਈ ਦੀ ਸਬਜ਼ੀ ਆ, ਪਿਆਜ਼ ਕੱਟਣਾ, ਗੰਢਾ, ਲਸਣ ਆਦਿ ਜੋ ਵੀ ਆ, ਉਹ ਸੇਵਾ ਉਹਨਾਂ ਨੇ ਕਰਨੀ ਹੈ ਜੀ। ਪੱਕੀ ਉਹਨਾਂ ਨੇ ਸੇਵਾ ਲਈ ਹੋ ਤੇ ਉਹਨੇ ਆਪਣੇ ਸਵੇਰੇ ਆ ਜਾਣਾ ਤੇ ਜਦੋਂ ਸੇਵਾ ਪੂਰੀ ਹੁੰਦੀ ਉਦੋਂ ਬਾਅਦ ਜਾਂਦੇ ਆ। ਦੇਖਿਆ ਗਿਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਸ਼੍ਰੀ ਗੁਰੂ ਰਾਮਦਾਸ ਲੰਗਰ ਸੋਸਾਇਟੀ ਨੇ ਕਾਫੀ ਯੋਗਦਾਨ ਦਿੱਤਾ, ਉਹ ਕਿੱਦਾਂ ਮੈਨੇਜ ਕੀਤਾ, ਕਿੰਨਾ ਚਿਰ ਉੱਤੇ ਆਪਾਂ ਯੋਗਦਾਨ ਪਾਇਆ ਇਸ ਸੰਸਥਾ ਨੇ ਉਸ ਸੰਘਰਸ਼ ਦੇ ਵਿੱਚ? ਇੱਕ ਗੱਲ ਤੁਹਾਨੂੰ ਹੋਰ ਵੀ ਤਾਂ, ਇਹ ਜਿਹੜੀ ਸੰਸਥਾ ਇਹਨਾਂ ਨੇ ਕਰੋਨਾ ਦੇ ਵਿੱਚ ਵੀ ਬਹੁਤ ਯੋਗਦਾਨ ਦਿੱਤਾ ਸੀਗਾ, ਜਦੋਂ ਕਿ 2 ਲੱਖ ਦਿਹਾੜੀ ਦਾ ਬੰਦੇ ਨੂੰ ਖਾਣਾ ਦਿੱਤਾ ਸੀਗਾ ਲੋਕਡਾਊਨ ਦੇ ਵਿੱਚ, ਜਦੋਂ ਕਿ ਮਤਲਬ ਬਹੁਤ ਜ਼ਿਆਦਾ ਤੰਗੀ ਸੀ। ਉਸ ਤੋਂ ਬਾਅਦ ਜਿਵੇਂ ਕਿਸਾਨਾਂ ਦਾ ਸੰਘਰਸ਼ ਚੱਲ ਪਿਆ, ਸੰਘਰਸ਼ ਇੱਥੇ ਵੀ ਕਿਸਾਨਾਂ ਨੂੰ ਜਿੰਨੇ ਵੀ ਜਿੱਥੇ ਧਰਨੇ ਲਾਗੇ ਉੱਥੇ ਹੀ ਲੰਗਰ ਪਹੁੰਚਾਇਆ ਜਾਂਦਾ ਟੋਲ ਪਲਾਜ਼ਿਆਂ ਤੇ ਫਿਰ ਜਿੱਥੇ ਕਿ ਦਿੱਲੀ ਜਾ ਕੇ ਫਿਰ ਉੱਥੇ ਪੀਜ਼ੇ ਦਾ ਲੰਗਰ ਲਾਇਆ ਸੀਗਾ ਇਸ ਸੰਸਥਾ ਨੇ। 3 ਮਸ਼ੀਨਾਂ ਲਾਈਆਂ ਜਿਹੜੀਆਂ ਕਿ ਪਲੱਸ ਮਤਲਬ 2000 ਤੋਂ ਪਲੱਸ ਉੱਤੇ ਪੀਜ਼ਾ ਤਿਆਰ ਕਰਦੇ ਸੀਗੇ ਤੇ ਨਾਲ ਮਤਲਬ ਕੋਲਡ ਡਰਿੰਕ ਚੱਲਦੀ ਰਹੀ ਤੇ ਨਾਲ ਹੀ ਗਏ ਤੇ ਨਾਲ ਹੀ ਵਾਪਸ ਆਏ ਆ ਜੀ। ਹੁਣ ਦੇ ਦਿਨਾਂ ਦੇ ਵਿੱਚ ਕਿੰਨੇ ਕੁ ਬੰਦਿਆਂ ਦਾ ਲੰਗਰ ਤਿਆਰ ਹੋ ਕੇ ਪੂਰੇ ਪੰਜਾਬ ਦੇ ਵਿੱਚ ਡਿਸਟ੍ਰੀਬਿਊਟ ਹੋ ਰਿਹਾ? ਇਸ ਟਾਈਮ ਜੀ ਪੰਜਾਬ ਦੇ ਪੂਰੇ ਲੱਖ ਤੋਂ ਉੱਪਰ ਚੱਲ ਰਿਹਾ ਜੀ ਖਾਣਾ। 35000 ਤੋਂ ਸ਼ੁਰੂ ਕੀਤਾ ਸੀਗਾ ਤੇ ਹੁਣ ਲੱਖ ਤੋਂ ਪਲੱਸ ਹੀ ਉੱਪਰ ਚੱਲ ਪਿਆ, 1.5 ਲੱਖ ਬੰਦੇ ਦਾ ਖਾਣਾ ਜਿਹੜਾ ਪੂਰੇ ਪੰਜਾਬ 'ਚ ਜਾਂਦਾ ਜੀ। ਇਹ ਹਰ ਰੋਜ਼ ਜਾਂਦਾ ਜਾਂ ਹਰ ਰੋਜ਼ ਹੀ, ਹਰ ਰੋਜ਼ ਕੋਈ ਇਹਦਾ ਟਾਈਮ ਹੈ ਪੱਕਾ, ਫਿਕਸ ਟਾਈਮ, ਡੇਲੀ ਜਾਣਾ ਹੀ ਜਾਣਾ ਹੈ। ਖਬਰ ਲੈਂਦੇ ਹੁਸ਼ਿਆਰਪੁਰ ਤੋਂ। ਨਸ਼ੇ ਦੇ ਖਾਤਮੇ ਲਈ ਪੁਲਿਸ ਨੇ ਬਕਾਇਦਾ ਤੌਰ ਤੇ ਇੱਕ ਅਭਿਆਨ ਸ਼ੁਰੂ ਕੀਤਾ ਹੈ। ਉਸ ਅਭਿਆਨ ਦਾ ਸਿੱਧੇ ਦਾ ਸਿੱਧਾ ਮਤਲਬ ਹੈ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ। ਵੇਖੋ ਪੂਰੀ ਖਬਰ। ਔਰ ਕੀ ਮਕਸਦ ਹੈ ਇਹਦਾ? ਸਤਿ ਸ਼੍ਰੀ ਅਕਾਲ ਜੀ। ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਉੱਤੇ ਡਰੱਗ ਅਬਿਊਜ਼ ਨੂੰ ਲੈ ਕੇ ਅਵੇਅਰਨੈਸ ਕੈਂਪ ਚਲਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਸਕੂਲ ਦੇ ਸਟੂਡੈਂਟਸ ਨੂੰ ਅਵੇਅਰ ਕਰ ਸਕੀਏ, ਵੱਧਦੇ ਹੋਏ ਨਸ਼ੇ ਬਾਰੇ ਉਹਨਾਂ ਨੂੰ ਜਾਗਰੂਕ ਕਰ ਸਕੀਏ ਅਤੇ ਇਸ ਕੋੜ ਤੋਂ ਦੂਰ ਰਹਿਣ ਲਈ ਇੱਕ ਸੰਦੇਸ਼ ਦੇ ਸਕੀਏ। ਔਰ ਇਹ ਸਿਲਸਿਲਾ ਜਿਹੜਾ ਹੈ ਅੱਜ ਕਿੱਥੇ ਹੋ ਰਿਹਾ ਹੈ ਔਰ ਅੱਗੇ ਕੀ ਪ੍ਰੋਗਰਾਮ ਹੈ ਇਸ ਸਿਲਸਿਲੇ? ਇਹ ਮੁਹਿੰਮ ਕਾਫੀ ਦੇਰ ਤੋਂ ਚੱਲ ਰਹੀ ਹੈ। ਅਸੀਂ ਅਲੱਗ-ਅਲੱਗ ਇੰਸਟੀਟਿਊਸ਼ਨਸ ਦੇ ਵਿੱਚ ਪਹਿਲਾਂ ਵੀ ਇਹ ਪ੍ਰੋਗਰਾਮ ਕਰ ਚੁੱਕੇ ਹਾਂ। ਇਸ ਤੋਂ ਪਹਿਲਾਂ ਅਸੀਂ ਰਿਆਤ ਬਾਰਾ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ। ਅੱਜ ਅਸੀਂ ਡੀਏਵੀ ਸਕੂਲ ਵਿਖੇ ਪੁੱਜੇ ਹਾਂ ਅਤੇ ਅੱਗੇ ਵੀ ਅਲੱਗ-ਅਲੱਗ ਸਕੂਲਾਂ ਵਿੱਚ ਨਸ਼ਿਆਂ ਦੇ ਹੌਟਸਪੌਟਾਂ ਤੇ ਇਦਾਂ ਦੇ ਕਾਰਜਕ੍ਰਮ ਕਰਦੇ ਰਹਾਂਗੇ। ਹੋਰ ਕੋਈ ਜਾਗਰੂਕਤਾ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਜਿਹਦੇ ਵਿੱਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੋਵੇ? ਇਸ ਤੋਂ ਇਲਾਵਾ ਸਾਡੇ ਇਹ ਤੇ ਅਵੇਅਰਨੈਸ ਦੇ ਬਾਰੇ ਸਾਡੀ ਅਟੈਂਪਟਸ ਨੇ। ਇਸ ਤੋਂ ਇਲਾਵਾ ਅਸੀਂ ਆਪਣੇ ਆਈਪੀਸੀ ਤੇ ਐਨਡੀਪੀਐਸ ਦੇ ਤਹਿਤ ਜਿੰਨੀਆਂ ਵੀ ਰੋਕੂ ਕਾਰਵਾਈਆਂ ਉਹਨੂੰ ਵੀ ਕਰ ਰਹੇ ਹਾਂ ਤਾਂ ਜੋ ਨਸ਼ੇ ਦੇ ਉੱਤੇ ਰੋਕਥਾਮ ਕਰ ਸਕੀਏ। ਅੱਜ ਜ਼ਿਲ੍ਹਾ ਪੁਲਿਸ ਵੱਲੋਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਨਸ਼ਾ ਵਿਰੋਧੀ ਇੱਕ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ, ਜਿਹਦੇ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਬਾਰੇ ਦੱਸਿਆ ਗਿਆ ਤੇ ਨਾਲ ਇੱਕ ਨੁੱਕੜ ਨਾਟਕ ਵੀ ਖੇਡਿਆ ਗਿਆ। ਅਜਿਹੇ ਪ੍ਰੋਗਰਾਮ ਬੱਚਿਆਂ ਦੇ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਸਹਾਇਕ ਹੁੰਦੇ ਹਨ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਪਟਵਾਰੀਆਂ ਦੇ ਨਿੱਜੀ ਸਹਾਇਕਾਂ ਵੱਲੋਂ ਧਰਨਾ ਦਿੱਤਾ ਗਿਆ। ਡੀਸੀ ਆਫਿਸ ਦੇ ਸਾਹਮਣੇ ਇਹ ਧਰਨਾ ਲਗਾਇਆ ਗਿਆ ਔਰ ਆਪਣੀਆਂ ਮੰਗਾਂ ਦਾ ਜ਼ਿਕਰ ਕੀਤਾ ਗਿਆ। ਵੇਖੋ ਪੂਰੀ ਖਬਰ। ਰੱਖ ਰਹੇ ਨੇ ਜੀ, ਉਹਨਾਂ ਦੀ ਵਿਰੋਧਤਾ ਕਰਦੇ ਆ। ਪੰਜਾਬ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਜੀ ਪਟਵਾਰੀ ਯੂਨੀਅਨ ਸਾਡੇ ਨਾਲ ਆ ਪੰਜਾਬ ਦੀ। ਇਹ ਜਿਹੜੇ ਰਿਟਾਇਰ ਪਟਵਾਰੀ ਹੋਏ ਆ 64 65 ਸਾਲ ਦੇ ਆ ਜੀ, ਉਹਨਾਂ ਨੂੰ ਸਰਕਾਰ ਰੱਖਣ ਨੂੰ ਫਿਰਦੀ ਆ, ਜਦ ਕਿ ਉਹਨਾਂ ਤੋਂ ਕੋਈ ਕੰਮ ਤਾਂ ਹੁੰਦਾ ਨਹੀਂ ਹੈਗਾ ਜੀ। ਉਹ ਸਾਨੂੰ ਕਹਿੰਦੇ ਸਾਡੇ ਨਾਲ ਕੰਮ ਕਰਾਓ, ਅਸੀਂ ਤਾਂ ਉਹਨਾਂ ਨਾਲ ਕਰਾ ਨਹੀਂ ਸਕਦੇ। ਸਾਨੂੰ 15 18 ਸਾਲ ਹੋ ਗਏ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ 3000 ਮੁੰਡਾ ਪ੍ਰਾਈਵੇਟ ਕੰਮ ਕਰਦਾ ਜੀ। ਅਸੀਂ ਤਾਂ ਕਹਿੰਦੇ ਸਾਨੂੰ ਡੀਸੀ ਰੇਟਾਂ ਦੇ ਉੱਤੇ ਹੀ ਕੰਮ ਕਰਾ ਦਿਆ ਜਾਵੇ, ਪੱਕਾ ਕਰ ਦਿੱਤਾ ਜਾਵੇ ਜਾਂ ਕੋਈ ਸਾਨੂੰ ਫੈਸਿਲਿਟੀ ਦਿੱਤੀ ਜਾਵੇ। ਤੁਹਾਨੂੰ ਹੁਣ ਤਨਖਾਹ ਕਿੰਨੀ ਮਿਲਦੀ ਹੈ ਇਸ ਟਾਈਮ? ਸਾਨੂੰ ਤਾਂ ਜੀ ਜੋ ਪਟਵਾਰੀ ਦਿੰਦਾ ਵਾ, ਸੈਲਰੀ ਦਿੰਦਾ, ਖਰਚਾ ਦਿੰਦਾ ਵਾ, ਤਾਂ ਸਾਡਾ ਉਹਦੇ ਸਿਰ ਤੇ ਗੁਜ਼ਾਰਾ ਚੱਲਦਾ ਜੀ। ਇੱਕ ਸਰਕਾਰੀ ਰਿਕਾਰਡ ਹੈ ਕਹਿੰਦਾ ਆਮ ਤੁਹਾਡੇ ਹੱਥ 'ਚ ਫੜਾਇਆ ਜਾਂਦਾ। ਉਹ ਵੀ ਜਿਹੜੇ ਰਿਟਾਇਰ ਹੋ ਗਿਆ ਸਰ, ਉਹ ਵੀ ਪ੍ਰਾਈਵੇਟ 'ਚ ਹੀ ਗਿਣੇ ਜਾਣਗੇ, ਉਹ ਕਿਹੜੇ ਸਰਕਾਰੀ ਹੋ ਜਾਣਗੇ ਹੁਣ? ਉਹ ਵੀ ਜਿਹੜੇ ਰਿਟਾਇਰ ਹੋ ਚੁੱਕੇ ਆ ਉਹ ਪ੍ਰਾਈਵੇਟਾਂ 'ਚ ਹੀ ਆ ਗਏ, ਉਹ ਸਰਕਾਰੀ ਤਾਂ ਨਹੀਂ ਰਹਿ ਗਏ ਸਰ। ਉਹ ਪੈਨਸ਼ਨ ਵੀ ਲੈਂਦੇ ਆ 30-30,000 ਰੁਪਇਆ। ਸਾਨੂੰ ਤਾਂ ਕਹਿੰਦੇ ਸਾਨੂੰ 10,000 ਰੁਪਏ ਦੇ ਦੇਵੇ ਸਰਕਾਰ, ਅਸੀਂ ਸਾਡਾ ਰੁਜ਼ਗਾਰ ਤਾਂ ਚੱਲੂਗਾ ਜੀ ਸਾਰੇ ਪੰਜਾਬ ਦਾ। ਦੇਖੋ ਜੀ, ਮੰਗਾਂ ਨਹੀਂ ਮੰਨਣਗੇ ਤਾਂ ਚਲੋ ਅਸੀਂ ਵਿਰੋਧਤਾ ਤਾਂ ਕੁਝ ਧਰਨੇ ਦਾ ਲਾ ਨਹੀਂ ਸਕਦੇ, ਨਾ ਅਸੀਂ ਕੁਝ ਕਰ ਸਕਦੇ, ਅਸੀਂ ਕੰਮ ਛੱਡ ਸਕਦੇ ਹਾਂ ਜੀ।
ਬਾਕੀ ਸਰਕਾਰ ਦੀ ਮਰਜ਼ੀ ਹੈ ਜੀ। ਜਿਹੜੀ ਫਿਰ ਖੱਜਲ ਖਰਾਬੀ ਆਮ ਪਬਲਿਕ ਦੀ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਸਰਕਾਰ ਹਾਂਜੀ। ਦੀ ਜਾਂ ਆਮ ਬੰਦੇ ਦੀ? 15 ਸਾਲ ਹੋ ਗਏ 20 ਸਾਲ ਹੋ ਗਏ ਦੇਖੋ ਜੀ, ਇਹ ਤਾਂ ਲੋਕਾਂ ਦੀ ਰਾਏ ਲੈ ਸਕਦੀ ਹੈ ਸਰਕਾਰ, ਲੋਕਾਂ ਦੀ ਰਾਏ ਤੁਸੀਂ ਲੈ। ਆਪਣੀ ਮੰਗ ਕਰਦੇ ਹੋ ਵੀ ਦੇਖੋ ਸਾਰੇ ਗਲਤ ਨਹੀਂ ਹੁੰਦੇ ਹੈਗੇ, ਜੇ ਕਹਿੰਦੇ ਕੋਈ ਕਹਿੰਦਾ ਕਰਪਸ਼ਨ ਕਰਦੇ, ਕੋਈ ਕੁਛ ਕਰਪਸ਼ਨ ਕਿਉਂ ਹੁੰਦੀ ਪਈ ਹੈ ਮਜਬੂਰੀ ਨੂੰ, ਸਾਰੇ ਮਜਬੂਰੀ ਨੂੰ ਕਰਦੇ ਪਏ ਆ। ਸਾਰਿਆਂ ਦੀ ਇੰਟਰਵਿਊ ਲੈ ਲਓ, ਲੋਕਾਂ ਦੀ ਰਾਏ ਲੈ ਲਓ, ਜੇ ਲੋਕ ਕਹਿਣਗੇ ਨਹੀਂ ਤਾਂ ਨਾ ਸਹੀ। ਦੇ ਵਿੱਚ ਜੋ ਵੀ ਮੁੰਡੇ ਕੰਮ ਕਰਦੇ ਆ ਜਿਨ੍ਹਾਂ ਨੂੰ 15-15 ਸਾਲ ਹੋ ਗਏ, ਉਹਨਾਂ ਨੂੰ A to Z ਸਾਰਾ ਕੰਮ ਜਾਣਦੇ ਆ। ਜੇ ਕੁਝ ਨਹੀਂ ਆਉਂਦਾ ਆਪਣੇ ਸੀਨੀਅਰ ਪਟਵਾਰੀ ਨੇ ਜਾਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ, ਪੁੱਛ ਲੈਂਦੇ ਆ ਜੀ। ਖਬਰ ਲੈਂਦੇ ਹਾਂ ਸੰਗਰੂਰ ਤੋਂ। ਮਾਨਯੋਗ SSP ਸਿੱਧੂ ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਸ ਪ੍ਰੈਸ ਕਾਨਫਰੰਸ ਦਾ ਮੁੱਖ ਵਿਸ਼ਾ ਕੀ ਸੀ, ਵੇਖਦੇ ਹਾਂ ਪੂਰੀ ਦੀ ਪੂਰੀ ਪ੍ਰੈਸ ਕਾਨਫਰੰਸ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਪਲੀਜ਼ ਤਾਂ ਫੜੇ ਜਾਓਗੇ। ਇਹ ਜਿੰਨੇ ਮੈਨੂੰ ਲਗਭਗ 2 ਮਹੀਨੇ ਹੋ ਗਏ, ਇੱਕ ਵੀ ਕ੍ਰਾਈਮ ਕਿੰਨੇ ਘੰਟੇ ਟ੍ਰੇਸ ਕੀਤਾ ਹੋਏ। ਜਿਵੇਂ ਕਹਿੰਦੇ ਚੋਰ ਮਚਾਵੇ ਸ਼ੋਰ, ਚੋਰ ਜਿੰਨਾ ਮਰਜ਼ੀ ਸ਼ੋਰ ਮਚਾ ਲੇ, ਭਾਵੇਂ ਉਹ ਕਰਪਸ਼ਨ ਕਰ। ਤੁਸੀਂ ਦੇਖੋ ਨਾ ਸੰਗਰੂਰ ਪੁਲਿਸ ਦੀ ਮੁਸਤੈਦੀ ਦੇਖੋ ਤੁਸੀਂ, ਪਿਛਲੇ 2 ਮਹੀਨਿਆਂ ਦੇ ਵਿੱਚ ਕੋਈ ਵੀ ਕ੍ਰਾਈਮ ਜਿਹੜਾ ਹੋਇਆ, ਕੋਈ ਵੀ ਅਨਟ੍ਰੇਸ ਕ੍ਰਾਈਮ ਨਹੀਂ। ਕੱਲ ਇੱਕ ਸਾਨੂੰ ਇਤਲਾਹ ਮਿਲੀ ਸੀ ਵੀ ਇੱਕ ਆੜ ਦੀ ਦੁਕਾਨ ਦੇ ਵਿੱਚ ਕਹਿੰਦੇ ਜੀ ਬੜਾ ਸੈਂਸੇਸ਼ਨਲ ਕ੍ਰਾਈਮ ਹੋ ਗਿਆ ਤੇ ਕੋਈ 6.25 ਲੱਖ ਦੀ ਜਿਹੜੀ ਹੈ ਸ਼ਟਰ ਤੋੜ ਕੇ ਉਹਦੀ ਚੋਰੀ ਕਰਕੇ ਉੱਥੋਂ 6.25 ਲੱਖ ਦੀ ਸ਼ਟਰ ਤੋੜ ਕੇ, ਤੇ ਸ਼ਟਰ ਖੁੱਲ੍ਹਾ ਸੀ ਤੇ ਅੱਗੇ ਸੇਫ ਤੋੜ ਕੇ ਚੋਰੀ ਕਰਕੇ ਲੈ ਗਏ। ਪੁਲਿਸ ਨੇ ਇਮੀਡੀਏਟਲੀ ਮੁਕੱਦਮਾ ਦਰਜ ਕੀਤਾ। ਸਾਡੀ ਟੀਮ ਜਿਹੜੀ ਹੈਗੀ ਆ ਉੱਥੇ SHO ਭਵਾਨੀਗੜ੍ਹ, DSP ਭਵਾਨੀਗੜ੍ਹ, ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਇਸ ਗੱਲ ਦੇ ਵਿੱਚ। ਉਹ ਟਰੇਸ ਕਰਦੇ ਆ ਕੋਈ 5 ਤੋਂ 6 ਘੰਟਿਆਂ ਦੇ ਵਿੱਚ ਅਸੀਂ ਇਹ ਕੇਸ ਟਰੇਸ ਕਰ ਲਿਆ। ਉਹ ਪਤਾ ਇਹ ਲੱਗਿਆ ਵੀ ਉੱਥੇ ਹੀ ਉਹਨਾਂ ਦੇ ਕੰਮ ਕਰਦਾ ਸੀ। ਉਹ ਆਪਦੀ ਹੈਲਮਟ ਪਾ ਕੇ ਤੇ ਉਹਦੇ 'ਚ ਨੰਬਰ ਪਲੇਟ 'ਤੇ ਮਿੱਟੀ ਲਾ ਕੇ ਉਹਨੂੰ ਵਾਪਸ ਉੱਥੋਂ ਕਟਰ ਨਾਲ ਕੱਟ ਕੇ ਜਿਹੜੀ ਸੇਫ ਹੈ ਤੇ ਪੈਸੇ ਕੱਢ ਕੇ ਲੈ ਗਿਆ। ਪਰ ਉਹਦੇ 'ਚ ਵੀ ਹੈਰਾਨਗੀ ਵਾਲੀ ਗੱਲ ਹੋਈ, ਜਦੋਂ ਆਦਮੀ ਫੜਿਆ ਗਿਆ ਤਾਂ 3 ਲੱਖ ਤੇ ਕੁਛ ਪੈਸੇ ਮਿਲੇ, ਜਦੋਂ ਕਿ ਆੜਤ ਵਾਲਿਆਂ ਨੇ 6 ਲੱਖ ਰੁਪਇਆ ਲਿਖਾਇਆ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਜੀ ਹਿਸਾਬ ਕਿਤਾਬ 'ਚ ਗਲਤੀ ਹੋ ਗਈ ਸੀ, ਗਲਤ ਲਿਖਾ ਬੈਠੇ ਸੀ। ਉਹ ਜਿੰਨੇ ਪੈਸੇ ਸੀ ਅਸੀਂ ਰਿਕਵਰ ਕਰ ਲਏ। ਤੇ ਜਿਵੇਂ ਇਹਦੇ 'ਚ ਗੱਲ ਬੜੀ ਕਲੀਅਰ ਹੈ ਵੀ ਸੰਗਰੂਰ ਦੇ ਵਿੱਚ ਕੋਈ ਕ੍ਰਾਈਮ ਕਰੋਗੇ, ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਸਖਤ ਸੁਨੇਹਾ ਸੰਗਰੂਰ ਪੁਲਿਸ ਦਾ ਵੀ ਸਾਡੀ ਨਿਗਾਹ ਦੇਰ ਹੋ ਸਕਦੀ ਹੈ, ਪਰ ਇਹ ਜਿਵੇਂ ਇਹਦੇ 'ਚ ਦੇਰ ਵੀ ਨਹੀਂ ਹੋਈ। 5 ਘੰਟਿਆਂ ਦੇ ਵਿੱਚ ਅਸੀਂ ਕੇਸ ਨੂੰ ਟਰੇਸ ਕਰ ਲਿਆ। 2 ਗੱਲਾਂ ਉਹਦੇ 'ਚ, ਇੱਕ ਕੇਸ ਨੂੰ ਟਰੇਸ ਹੋਇਆ, ਇੱਕ ਮੈਂ ਤੁਹਾਡੇ ਜ਼ਰੀਏ ਆਪਣੇ ਜਿਹੜੇ ਜਿੰਨੇ ਮਤਲਬ ਸੰਗਰੂਰ ਵਾਸੀਆਂ ਨੂੰ ਇੱਕ ਬੇਨਤੀ ਤੇ ਉਹ ਇੱਕ ਰਿਕੁਐਸਟ ਕਰਨਾ ਚਾਹੂੰਗਾ ਵੀ ਪਲੀਜ਼ ਐਂ ਨਾ ਕਰੋ ਜਿਵੇਂ ਭਵਾਨੀਗੜ੍ਹ ਹੋਇਆ ਵੀ ਆੜਤ ਦੀ ਦੁਕਾਨ ਹੈ ਜੀ, ਅਸੀਂ ਆਪਦਾ ਖਾਣਾ ਖਾਣ ਚਲੇ ਗਏ ਹਾਂ, ਸ਼ਟਰ ਆਪਦਾ ਖੁੱਲ੍ਹਾ ਹੈ, ਦੁਕਾਨ ਖੁੱਲ੍ਹੀ ਸੀ, ਸੇਫ 'ਚ ਪੈਸੇ ਪਏ ਸੀ, 2 ਘੰਟਿਆਂ ਬਾਅਦ ਅਸੀਂ ਵਾਪਸ ਆ ਗਏ ਤੇ ਫਿਰ ਕਹਿਤਾ ਵੀ ਫਿਰ ਪੁਲਿਸ, ਇੰਨੀ ਪੁਲਿਸ ਦਾ ਸੰਗਰੂਰ ਪੁਲਿਸ ਕੋਲ ਹੈ ਨਹੀਂ ਵੀ ਹਰ ਘਰ ਤੇ ਹਰ ਦੁਕਾਨ ਦੇ ਅੱਗੇ ਪੁਲਿਸ ਲਾ ਲਈਏ। ਜੇ ਤੁਸੀਂ ਮੁਸਤੈਦ ਹੋਵੋਗੇ, ਤੁਸੀਂ ਆਪਦਾ ਆਪ ਧਿਆਨ ਰੱਖੋਗੇ ਤਾਂ ਪੁਲਿਸ ਤੁਹਾਡੀ ਮਦਦ ਲਈ ਹੈ। ਜੇ ਪੁਲਿਸ ਦੇ ਰੋਜ਼ ਇਮਤਿਹਾਨ ਲਾਓਗੇ ਤਾਂ ਪੁਲਿਸ ਨੂੰ ਵੀ ਅਲਟੀਮੇਟਲੀ ਥਕਾ ਦਿਓਗੇ। ਪਰ ਇਸ ਗੱਲ 'ਚ ਸੰਗਰੂਰ ਪੁਲਿਸ ਮੁਸਤੈਦ ਹੈ। ਅਸੀਂ ਸਾਡੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦਿੰਦੇ ਹਾਂ, ਉਹਨਾਂ ਨੂੰ ਅਸੀਂ ਰਿਵਾਰਡ ਵੀ ਕਰਾਵਾਂਗੇ ਜਿਨ੍ਹਾਂ ਨੇ ਕੁਇਕਸਟ ਟਾਈਮ ਦੇ ਵਿੱਚ ਜਿਹੜੀ 6.25 ਲੱਖ ਦੀ ਚੋਰੀ ਦੱਸੀ ਸੀ, ਪਰ ਉਹ ਬਾਅਦ ਦੇ ਵਿੱਚ ਤਫਤੀਸ਼ ਦੌਰਾਨ 3.25 ਲੱਖ ਦੀ ਲੱਗੀ। ਉਹ ਅਸੀਂ ਰਿਕਵਰ ਕਰ ਲਿਆ, ਕਟਰ ਰਿਕਵਰ ਕਰ ਲਿਆ, ਮੋਟਰਸਾਈਕਲ ਰਿਕਵਰ ਕਰ ਲਿਆ, ਆਦਮੀ ਅਰੈਸਟ ਕਰ ਲਿਆ, ਪਲੱਸ ਉਹ ਹੈਲਮਟ ਪਾ ਕੇ ਜਿਹੜਾ ਆਇਆ ਸੀ ਸਾਰਾ ਕੁਝ ਰਿਕਵਰ ਕਰ ਲਿਆ। ਨਹੀਂ, ਇਹ ਇਕੱਲੇ ਨੇ ਆਪਦੀ ਸਲਾਹ ਉਹਦੇ 'ਚ ਬਣਾਈ ਸੀ। ਥੋੜ੍ਹੀ ਜਿਹੀ ਇਹਦੀ ਗੱਲ ਆ ਰਹੀ ਹੈ ਵੀ ਉਹਨਾਂ ਦੇ ਕੋਈ ਮੁਨਸ਼ੀ ਸੀ, ਉਹਦੇ ਨਾਲ ਉਹਦਾ ਤਾਲਮੇਲ ਸੀ, ਪਰ ਉਹ ਵੈਰੀਫਾਈ ਕਰ ਰਹੇ ਆ। ਕਈ ਵਾਰੀ ਝੂਠ ਵੀ ਬੋਲ ਦਿੰਦੇ ਆ, ਕਈ ਵਾਰੀ ਗਲਤ ਵੀ ਮਿਸਲੀਡ ਕਰਨ ਲਈ ਵੀ ਕਰ ਦਿੰਦੇ ਆ, ਪਰ ਅਦਰਵਾਈਜ਼ ਅਸੀਂ ਇਹ ਕੇਸ ਆ ਜਿਹੜਾ ਕੁਇਕੈਸਟ ਬਾਕੀ ਕੇਸਾਂ ਵਾਂਗੂ, ਜਿਵੇਂ ਇਹਦੇ 'ਚ ਉਹ ਕਹਿੰਦੇ ਆ ਵੀ ਚੋਰ ਮਚਾਵੇ ਸ਼ੋਰ, ਜਿਹੜਾ ਇਹ ਚੋਰ ਪਹਿਲਾਂ ਚੋਰੀ ਕਰਕੇ ਲੈ ਗਿਆ, ਰੌਲਾ ਰੱਪਾ ਆਪਦੇ ਕੱਪੜੇ ਚੇਂਜ ਕਰਕੇ ਉੱਥੇ ਹੀ ਆ ਗਿਆ ਤੇ ਕਹਿਣਾ ਸ਼ੁਰੂ ਕਰਤਾ ਜੀ ਦੇਖੋ ਜੀ ਇੱਥੇ ਤਾਂ ਪੁਲਿਸ ਦੀ ਕੋਈ ਕਾਰਵਾਈ ਨਹੀਂ ਕਰਦੀ, ਤੇ ਲੋਕਾਂ ਨੇ ਵੀ ਨਾਲ ਉਹਦੇ ਨੂੰ ਲਾ ਲਿਆ ਉਸ ਪਾਸੇ ਵੀ ਇਹ ਤਾਂ ਜੀ ਸਰੇਆਮ ਚੋਰੀ ਹੋ ਗਈ, ਦਿਨ ਦਿਹਾੜੇ ਚੋਰੀ ਹੋ ਗਈ ਤੇ ਪੁਲਿਸ ਦੀ ਪੈਟਰੋਲਿੰਗ ਘੱਟ ਹੈ ਤੇ ਹੋਰ ਹੈ। ਬਾਅਦ 'ਚ ਪਤਾ ਲੱਗਿਆ ਵੀ ਉਹੀ ਜਿਹੜਾ ਚੋਰੀ ਕਰਨ ਵਾਲਾ ਹੀ ਰੌਲਾ ਪਾ ਰਿਹਾ ਸੀ, ਵੀ ਚੋਰ ਜਿਹੜਾ ਸ਼ੋਰ ਮਚਾ ਰਿਹਾ ਸੀ। ਪੁਲਿਸ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੈ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਗਈ ਆਪਦੇ ਖਿਲਾਫ? ਹਜੇ ਤੱਕ ਉਹਨਾਂ ਨੇ ਇਹ ਪਾਇਆ ਵੀ ਸਾਥੋਂ ਹਿਸਾਬ ਕਿਤਾਬ 'ਚ ਕਮੀ ਹੋ ਗਈ ਸੀ। ਅਸੀਂ, ਸਾਡਾ ਮਕਸਦ ਕਿਤੇ ਆਮ ਸ਼ਰੀਫ ਨਾਗਰਿਕ ਦੀ ਅਸੀਂ ਰੱਖਿਆ ਲਈ ਪਾਬੰਦ ਹੈ। ਅਸੀਂ ਆਪਦੇ ਲੋਕਾਂ ਦੀ ਸਿਕਿਉਰਿਟੀ ਲਈ ਦਿਨ ਰਾਤ, ਲੋਕ ਆਰਾਮ ਨਾਲ ਸੁੱਤੇ ਹੋਣ, ਅਸੀਂ ਜਾਗਦੇ ਹੋਈਏ
ਸਾਡੇ ਇਸੇ ਲਈ ਸਕੂਨ ਵਾਲੀ ਗੱਲ ਹੈ। ਹੋ ਸਕਦਾ ਉਹਨਾਂ ਨੇ ਇਹਦਾ ਤਫਤੀਸ਼ ਦਾ ਵਿਸ਼ਾ ਹੈ, ਹਜੇ ਮੁੱਢਲੇ ਤੌਰ ਤੇ ਇਹ ਲੱਗਦਾ ਵੀ ਸ਼ਾਇਦ ਗਲਤ ਹੋ ਗਿਆ, ਪਰ ਜੇ ਜਾਣਬੁੱਝ ਕੇ ਝੂਠੀ ਕਾਰਵਾਈ ਕੀਤੀ ਹੋਈ ਤਾਂ ਜੋ ਬਾਕੀਆਂ ਤੇ ਕਾਰਵਾਈ ਬਣਦੀ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।